ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਿਆ। ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਦ੍ਰੋਪਦੀ ਮੁਰਮੂ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਚੁਣੇ ਗਏ ਆ। ਕਿਵੇਂ ਦੇਖਦੇ ਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੀ ਜੇਕਰ ਗੱਲ ਕਰੀ ਤਾਂ ਪਿੱਛੇ ਬਹੁਤ ਵੱਡਾ ਤੇ ਲੰਬਾ ਇੱਕ ਸੰਘਰਸ਼ ਨਜ਼ਰ ਆਉਂਦਾ ਹੈ। ਕੀ ਕਹਿਣਾ ਚਾਹੋਗੇ? ਇੱਥੇ ਬਹੁਤ ਸਾਰੇ ਲੋਕ ਪਿਛਲੇ ਸਮੇਂ 'ਚ ਬਹੁਤ ਗਰੀਬੀ 'ਚੋਂ ਉੱਠ ਕੇ ਉੱਪਰ ਤੱਕ ਪਹੁੰਚੇ ਜੀ। ਇਹ ਲੋਕਤੰਤਰ ਦੇ ਵਿੱਚ ਇਹੋ ਹੀ ਤਾਂ ਮਹਿਮਾ ਹੁੰਦੀ ਹੈ ਕਿ ਕੋਈ ਬਹੁਤ ਨਿਵਾਣ ਤੋਂ ਉੱਠ ਕੇ ਤੇ ਉੱਪਰ ਤੱਕ ਚਲਾ ਜਾਵੇ ਜੀ। ਅਸੀਂ ਦੂਸਰੇ ਦੇਸ਼ਾਂ 'ਚ ਵੀ ਵੇਖਦੇ ਰਹੇ। ਕਿਸੇ ਦਾ ਬਾਪ ਜੁੱਤੀਆਂ ਗੰਢਦਾ ਹੁੰਦਾ ਸੀ, ਉਹ ਦੇਸ਼ ਦਾ ਰਾਸ਼ਟਰਪਤੀ ਬਣ ਗਿਆ। ਔਰ ਇਹੋ ਜਿਹੇ ਇੱਕ ਨਹੀਂ, ਤਿੰਨ ਦਾ ਮੈਂ ਹੀ ਜਾਣਦਾ। ਇਸੇ ਤਰ੍ਹਾਂ ਸਾਡੇ ਭਾਰਤ ਵਿੱਚ ਵੀ ਕਈ ਲੋਕ ਬਹੁਤ ਗਰੀਬੀ ਵਾਲੀਆਂ ਥਾਵਾਂ ਤੋਂ ਉੱਠੇ, ਹੌਲੀ ਹੌਲੀ ਹਾਲਾਤ ਵੀ ਰਾਹ ਦਿੰਦੇ ਗਏ। ਉਹਨਾਂ ਦੇ ਆਪਣੇ ਪੱਲੇ ਵੀ ਅਕਲ ਸੀ ਜੀ, ਸੰਭਲ ਕੇ ਚੱਲਣਾ ਆਉਂਦਾ ਸੀ। ਉਹ ਤੁਰਦੇ ਗਏ, ਲੋਕਾਂ ਨੇ ਮਾਣ ਦਿੱਤਾ। ਉਸ ਮਾਣ ਦੇ ਆਸਰੇ ਉਹ ਅੱਗੇ ਵੱਧਦੇ ਗਏ ਤੇ ਉੱਪਰਲੀਆਂ ਪੋਸਟਾਂ ਤੱਕ ਗਏ, ਪ੍ਰਧਾਨ ਮੰਤਰੀ ਤੱਕ ਵੀ ਗਏ, ਰਾਸ਼ਟਰਪਤੀ ਤੱਕ ਵੀ ਗਏ, ਫੌਜਾਂ ਦੇ ਕਮਾਂਡਰ ਤੱਕ ਵੀ ਗਏ। ਇਹ ਅਸੀਂ ਵੇਖ ਚੁੱਕੇ ਹਾਂ। ਦ੍ਰੋਪਦੀ ਮੁਰਮੂ ਇੱਕ ਕਬਾਇਲੀ ਪਰਿਵਾਰ 'ਚ ਪੈਦਾ ਹੋਈ। ਸਾਡੇ ਇੱਥੇ ਸ਼ਡਿਊਲਡ ਕਾਸਟ, ਅਸੀਂ ਉਹਨਾਂ ਨੂੰ ਬਹੁਤ ਸਮਝਦੇ ਹਾਂ ਕਿ ਪਛੜੇ ਹੋਏ ਨੇ ਜੀ, ਸਮਾਜੀ ਤੌਰ 'ਤੇ ਵੀ, ਆਰਥਿਕ ਤੌਰ 'ਤੇ ਵੀ, ਵਸੀਲਿਆਂ ਪੱਖੋਂ ਵੀ। ਜਿਹੜੇ ਸ਼ਡਿਊਲਡ ਟਰਾਈਬਸ ਨੇ ਉਹ ਇਹਨਾਂ ਤੋਂ ਵੀ ਵੱਧ ਪਛੜੇ ਹੋਏ। ਮੈਂ ਜਿਹੜਾ ਆ ਬਿਲਾਸਪੁਰ ਆ, ਇਸ ਏਰੀਏ 'ਚ ਉਦੋਂ ਗਿਆ ਸੀ ਜਦੋਂ ਅਜੇ ਛੱਤੀਸਗੜ੍ਹ ਰਾਜ ਨਹੀਂ ਸੀ ਬਣਿਆ। ਜਿਵੇਂ ਸਾਡੇ ਮਾਝਾ, ਮਾਲਵਾ ਤੇ ਦੁਆਬਾ ਹੁੰਦੇ ਆ, ਇਹ ਮਾਲਵੇ ਵਾਂਗ ਛੱਤੀਸਗੜ੍ਹ ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਹੁੰਦਾ ਸੀ। ਉਦੋਂ ਜਾ ਕੇ ਮੈਂ ਵੇਖਿਆ ਕਿ ਕਬਾਇਲੀ ਲੋਕ ਕਿੱਦਾਂ ਰਹਿੰਦੇ ਨੇ। ਪਾਉਣ ਨੂੰ ਪੂਰੇ ਕੱਪੜੇ ਨਹੀਂ, ਮਸਾਂ ਦੋ ਲੀਰਾਂ ਦੀਆਂ ਲਪੇਟ ਕੇ ਤੁਰ ਪੈਂਦੇ ਨੇ। ਬੜੀ ਗਰੀਬੀ ਹਟਾਉਂਦੇ, ਝੁੱਗੀਆਂ 'ਚ ਰਹਿੰਦੇ ਨੇ ਜੀ। ਇਹ ਉਹਨਾਂ ਪਰਿਵਾਰਾਂ ਵਿੱਚੋਂ ਬੀਬੀ ਆਈ ਔਰ ਇਹਨੂੰ ਹਰ ਪੜਾਅ ਆਪਣਾ ਯਾਦ ਹੈ ਜਿੱਥੇ ਇਹਨੇ ਕੁਝ ਕਾਮਯਾਬੀ ਲਈ। ਮਿਸਾਲ ਦੇ ਤੌਰ 'ਤੇ ਅਜੇ ਤੱਕ ਉਹਨੂੰ ਇਹ ਹੀ ਨਹੀਂ ਭੁੱਲਦਾ ਕਿ ਜਦੋਂ ਮੈਂ ਬੱਚੀ ਸੀ, ਮੈਂ ਸਕੂਲ ਜਾਂਦੀ ਸੀ, ਮੈਂ ਕਲਾਸ ਦੀ ਮੋਨੀਟਰ ਬਣੀ ਸੀ। ਉਹਦੇ ਵਾਸਤੇ ਕਲਾਸ ਦੀ ਮੋਨੀਟਰ ਬਣਨਾ ਵੀ ਸਕੂਲ ਦੇ ਵਿੱਚ ਬਹੁਤ ਵੱਡੀ ਗੱਲ ਸੀ। ਫਿਰ ਉੱਥੋਂ ਦੇ ਨਗਰ ਕੌਂਸਲ ਦੇ ਕੌਂਸਲਰ ਚੁਣੇ ਗਏ, ਫਿਰ MLA ਚੁਣੇ ਗਏ। ਉੜੀਸਾ ਦੇ ਵਿੱਚ ਥੋੜ੍ਹੇ ਚਿਰ ਵਾਸਤੇ ਭਾਜਪਾ ਦੀ ਤੇ ਬੀਜੂ ਜਨਤਾ ਦਲ ਦੀ ਸਾਂਝੀ ਸਰਕਾਰ ਬਣੀ ਸੀ। ਇਹ ਬੀਬੀ ਉਹ 'ਚ ਮੰਤਰੀ ਵੀ ਬਣ ਗਈ, ਫਿਰ ਗਵਰਨਰ ਵੀ ਬਣ ਗਈ। ਚਲੋ ਸ਼ੁਕਰ ਹੈ ਅਜੇ ਤੱਕ ਇਹਨੇ ਕੋਈ ਧੱਬਾ ਨਹੀਂ ਲਵਾਇਆ। ਇਹਦੇ ਤੋਂ ਪਹਿਲਾਂ ਇੱਕ ਬੀਬੀ ਹੋਰ ਕਾਂਗਰਸ ਪਾਰਟੀ ਦੀ ਲੀਡਰ ਸੀ, ਪ੍ਰਤਿਭਾ ਦੇਵੀ ਸਿੰਘ ਸ਼ੇਖਾਵਤ, ਪਾਟਲ ਸ਼ੇਖਾਵਤ ਜੀ। ਪਾਟਲੋ ਦੇ ਪੇਕਿਆਂ ਦਾ ਨਾਂ ਸੀ। ਸ਼ੇਖਾਵਤ ਪਰਿਵਾਰ 'ਚ ਵਿਆਹੀ ਸੀ ਰਾਜਸਥਾਨ 'ਚ। ਉਹ ਵੀ ਰਾਸ਼ਟਰਪਤੀ ਬਣੀ ਸੀ। ਉਹਨੂੰ ਜਦੋਂ UPA ਗੱਠਜੋੜ ਨੇ, ਜਿਹਦੇ ਵਿੱਚ ਕਾਂਗਰਸ ਵਾਲੇ ਵੀ ਸਨ ਤੇ ਬਾਹਰੋਂ ਲੈਫਟ ਵਾਲੇ ਖੱਬੇ ਪੱਖੀ ਵੀ ਮਦਦ ਦਿੰਦੇ ਸਨ, ਉਮੀਦਵਾਰ ਦੇ ਤੌਰ ਤੇ ਪੇਸ਼ ਕਰਤਾ ਤੇ ਉਹਦੇ ਪਰਿਵਾਰ ਦੇ ਇੰਨੇ ਸਕੈਂਡਲ ਨਿਕਲ ਆਏ ਸਨ, ਖੰਡ ਦੀਆਂ ਮਿੱਲਾਂ ਦੇ, ਦੂਜੇ ਤੀਜੇ, ਵੀ ਜਵਾਬ ਦੇਣਾ ਔਖਾ ਹੋ ਗਿਆ। ਸਾਰੇ ਕਹਿੰਦੇ ਸੀ ਹੁਣ ਤਾਂ ਉਮੀਦਵਾਰ ਬਣਾ ਬੈਠੇ, ਹੁਣ ਕਰੀਏ ਕੀ। ਇਸ ਬੀਬੀ ਦੇ ਨਾਂ ਨਾਲ ਸਕੈਂਡਲ ਤਾਂ ਕੋਈ ਨਹੀਂ ਜੁੜਿਆ। ਭਾਰਤੀ ਜਨਤਾ ਪਾਰਟੀ ਨੇ ਲਿਆ ਕੇ ਇਹਨੂੰ ਪੇਸ਼ ਕੀਤਾ ਜੀ, ਉਮੀਦਵਾਰ ਦੇ ਤੌਰ ਤੇ ਦੇਸ਼ ਦੇ ਲੋਕਾਂ ਸਾਹਮਣੇ। ਇਹਨਾਂ ਦੇ ਗੱਠਜੋੜ ਨੇ ਮਦਦ ਕੀਤੀ। ਗੱਠਜੋੜ ਤੋਂ ਇਲਾਵਾ ਕ੍ਰਾਸ ਵੋਟਿੰਗ ਹੋ ਕੇ ਬਾਹਰੋਂ ਵੀ ਉਹਨੂੰ ਵੋਟਾਂ ਪਈਆਂ ਤੇ ਚੋਖੀਆਂ ਪੈ ਗਈਆਂ। ਉਹ ਬੀਬੀ ਇਸ ਵੇਲੇ ਦੇਸ਼ ਦੀ ਰਾਸ਼ਟਰਪਤੀ ਹੈ। ਕੱਲ੍ਹ ਤੱਕ ਉਹ ਭਾਜਪਾ ਗੱਠਜੋੜ ਦੀ ਉਮੀਦਵਾਰ ਸੀ। ਅੱਜ ਭਾਜਪਾ ਗੱਠਜੋੜ ਦੀ ਉਮੀਦਵਾਰ ਨਹੀਂ, ਇੱਕ ਪਾਰਟੀ ਦੀ ਉਹ ਲੀਡਰ ਨਹੀਂ। ਅੱਜ ਉਹ ਇਸ ਦੇਸ਼ ਦੇ 135-40 ਕਰੋੜ ਲੋਕਾਂ ਦੀ, ਸਾਰਿਆਂ ਦੀ ਸੰਵਿਧਾਨਿਕ ਮੁਖੀ ਹੈ, ਭਾਰਤ ਦੀਆਂ ਫੌਜਾਂ ਦੀ ਕਮਾਂਡਰ ਹੈ। ਇਹ ਆਸ ਰੱਖਣੀ ਚਾਹੀਦੀ ਹੈ ਕਿ ਜਿਹੜੇ ਗਰੀਬੀ ਮਾਰੇ ਪਰਿਵਾਰਾਂ 'ਚੋਂ, ਘਰਾਂ 'ਚੋਂ ਆਈ ਹੈ, ਉਹਨਾਂ ਵਾਸਤੇ ਕੁਝ ਸੋਚੇਗੀ। ਦੂਜਾ ਇਹ ਕਿ ਇਸ ਬੀਬੀ ਨੂੰ ਕੁਝ ਲੋਕ ਰਾਜਯੋਗਣੀ ਕਹਿੰਦੇ ਆ। ਰਾਜਯੋਗਣੀ ਇੱਦਾਂ ਹੀ ਹੁੰਦਾ ਜਿਵੇਂ ਕੋਈ ਰਾਜਾ ਵੀ ਹੋਵੇ ਤੇ ਜੋਗੀਆਂ ਵਰਗਾ ਸੁਭਾਅ ਹੋਵੇ। ਉਹ ਇਸ ਕਰਕੇ ਕਿ ਇਹਦੇ ਪਰਿਵਾਰ ਵਿੱਚ ਇੱਕ ਵਾਰੀ ਇੱਦਾਂ ਦਾ ਦੁਖਾਂਤ ਆਇਆ ਕਿ ਇੱਕੋ ਸਾਲ 'ਚ ਪਤੀ ਦੀ ਮੌਤ ਵੀ ਹੋ ਗਈ, ਇੱਕ ਪੁੱਤਰ ਦੀ ਹੋ ਗਈ, ਫਿਰ ਦੂਸਰੇ ਦੀ ਵੀ ਹੋ ਗਈ।
ਰਿਹਾ ਹੀ ਕੱਖ ਨਾ। ਇਹ ਬਹੁਤ ਡਿਪਰੈਸ਼ਨ 'ਚ ਚਲੀ ਗਈ। ਉਸ ਵਕਤ ਇੱਕ ਧਾਰਮਿਕ ਸੰਸਥਾ ਜਿਹਦੇ ਵਿੱਚ ਬੀਬੀਆਂ ਆਮ ਤੌਰ 'ਤੇ ਹੁੰਦੀਆਂ, ਇਹ ਉਹਨਾਂ ਨਾਲ ਜੁੜ ਗਈ। ਹੌਲੀ ਹੌਲੀ ਇਹਨੇ ਧਿਆਨ ਲਾਉਣਾ ਸ਼ੁਰੂ ਕਰਤਾ, ਮਾਨਸਿਕ ਤੌਰ ਦੇ ਉੱਤੇ ਦੂਸਰੇ ਪਾਸੇ ਲੱਗ ਗਈ। ਇਹ ਡਿਪਰੈਸ਼ਨ 'ਚ ਬਹੁਤ ਦੂਰ ਜਾ ਕੇ ਫਿਰ ਵਾਪਸ ਆਈ ਤੇ ਫਿਰ ਇਹਨੇ ਆਪਣੇ ਆਪ ਨੂੰ ਸਮਾਜ 'ਚ ਸਥਾਪਿਤ ਕੀਤਾ। ਅੱਜ ਉਹਦਾ ਸੁਭਾਅ ਇਸ ਤਰ੍ਹਾਂ ਦਾ ਕਿ ਜਿਵੇਂ ਜ਼ਿੰਦਗੀ ਦੇ ਵਿੱਚ ਕੌੜਾ ਮਿੱਠਾ ਫਿੱਕਾ ਲੂਣਾ ਹਰ ਕਿਸਮ ਦਾ ਉਹਨੂੰ ਬਰਦਾਸ਼ਤ ਕਰਨਾ ਆਉਂਦਾ। ਇਸ ਕਰਕੇ ਆਸ ਰੱਖਣੀ ਚਾਹੀਦੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਦੇ ਤੌਰ ਤੇ ਉਹ ਜੋ ਵੀ ਫੈਸਲੇ ਲੈਗੀ ਠੀਕ ਲੈਗੀ। ਦੇਸ਼ ਦੇ ਲੋਕਾਂ ਵੱਲੋਂ ਉਹਦਾ ਸਵਾਗਤ ਕਰਨਾ ਬਣਦਾ ਜੀ। ਪਰ ਸਾਹਿਬ, ਦਿੱਲੀ ਦੀ ਅੱਗੇ ਖਬਰ ਜੁੜਦੀ ਪਈ ਹੈ, ਸੋਨੀਆ ਗਾਂਧੀ ਹੋਰਾਂ ਦੀ ਈਡੀ ਨੇ ਪੁੱਛ ਪੜਤਾਲ ਕੀਤੀ ਹੈ, ਕਹਿੰਦੇ 3 ਘੰਟੇ ਗੱਲਬਾਤ ਕੀਤੀ ਹੈ। ਇਹ ਉਹੀ ਕੇਸ ਆ ਨੈਸ਼ਨਲ ਹੈਰਾਲਡ ਅਖਬਾਰ ਵਾਲਾ ਜਾਂ ਕੋਈ ਹੋਰ ਮਾਮਲਾ ਵੀ ਨਾਲ ਜੁੜਦਾ ਪਿਆ? ਉਹੀ ਕੇਸ ਹੈ। ਨੈਸ਼ਨਲ ਹੈਰਾਲਡ ਅਖਬਾਰ ਕਦੇ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਸ਼ੁਰੂ ਕੀਤਾ ਸੀ, ਉਦੋਂ ਦੀ ਬੜੀ ਧੁੰਮ ਸੀ। ਜਦੋਂ ਸਰਕਾਰ ਬਣ ਗਈ, ਨਹਿਰੂ ਸਾਹਿਬ ਪ੍ਰਧਾਨ ਮੰਤਰੀ ਸੀ, ਮੁੱਢਲੇ ਸਾਲਾਂ 'ਚ ਇਸ ਅਖਬਾਰ ਦੀ ਧੁੰਮ ਸੀ। ਫਿਰ ਜਦੋਂ ਇੰਦਰਾ ਗਾਂਧੀ ਆਈ ਤੇ ਇੰਦਰਾ ਗਾਂਧੀ ਦਾ ਵਿਰੋਧ ਸੀ ਜਿਹੜਾ, ਉਹਦੇ ਨਾਲ ਇਹ ਅਖਬਾਰ ਵੀ ਹੌਲੀ ਹੌਲੀ ਲੋਕਾਂ ਦੇ ਮਨ 'ਚੋਂ ਫਿੱਕਾ ਹੁੰਦਾ ਗਿਆ, ਕਿਉਂਕਿ ਅਖਬਾਰ ਜਾਇਜ਼ ਹੋਵੇ ਨਜਾਇਜ਼ ਹੋਵੇ, ਹਰ ਗੱਲ ਦੇ ਉੱਤੇ ਰਾਜ ਕਰਦੀ ਪਾਰਟੀ ਦੀ ਮਦਦ ਕਰਦਾ ਸੀ, ਉਹਦਾ ਪੱਖ ਲੈਂਦਾ ਸੀ। ਲੋਕੀ ਪੱਖ ਲੈਣ ਵਾਲੇ ਨਾਲੋਂ ਵਿਰੋਧ ਕਰਨ ਵਾਲੇ ਨੂੰ ਜ਼ਿਆਦਾ ਪਸੰਦ ਕਰਦੇ ਆ। ਹਾਂ, ਵਿਰੋਧ ਜਾਇਜ਼ ਹੋਣਾ ਚਾਹੀਦਾ। ਦੂਜਾ, ਇੱਕ ਹੱਦ ਤੱਕ ਰਾਜ ਕਰਨ ਵਾਲੇ ਨੂੰ ਟਾਈਮ ਵੀ ਦੇਣਾ ਚਾਹੀਦਾ ਕਿ ਉਹ ਕੁਝ ਕਰਕੇ ਵਿਖਾਵੇ। ਇਹ ਅਖਬਾਰ ਰਾਜ ਕਰਦੀ ਪਾਰਟੀ ਦਾ ਸੀ, ਇਸ ਕਰਕੇ ਰਾਜ ਕਰਦੀ ਪਾਰਟੀ ਦੀ ਬੋਲੀ ਬੋਲਦਾ ਔਰ ਕੁਝ ਨਹੀਂ ਸੀ ਬੋਲਦਾ, ਡੁੱਬਦਾ ਗਿਆ। ਰਾਜੀਵ ਗਾਂਧੀ ਦੇ ਵਕਤ ਹੋਰ ਡੁੱਬ ਗਿਆ, ਨਰਸਿਮਹਾ ਰਾਓ ਦੇ ਵੇਲੇ ਹੋਰ ਡੁੱਬ ਗਿਆ। ਫਿਰ ਜਦੋਂ ਸੋਨੀਆ ਗਾਂਧੀ ਆਈ ਤੇ ਇਹਨਾਂ ਨੇ ਦੁਬਾਰਾ ਚਲਾਉਣ ਦਾ ਯਤਨ ਕੀਤਾ, ਇੱਕ ਸੁਸਾਇਟੀ ਬਣਾ ਦਿੱਤੀ। ਉਹਦੇ ਕੋਲ ਪੈਸੇ ਨਹੀਂ ਸੀ, ਪੈਸੇ ਕਾਂਗਰਸ ਪਾਰਟੀ ਵੱਲੋਂ ਫੰਡ ਟਰਾਂਸਫਰ ਕੀਤੇ, ਉੱਥੋਂ ਮੁੜ ਕੇ ਅੱਗੇ ਕਿੱਥੇ ਗਏ ਪਤਾ ਨਹੀਂ ਲੱਗਦਾ। ਬੀਜੇਪੀ ਦਾ ਲੀਡਰ ਸੁਬਰਾਮਨਿਆਮ ਸਵਾਮੀ ਕਦੇ ਬੀਜੇਪੀ ਸ਼ਾਮਲ ਹੋ ਜਾਂਦਾ, ਕਦੇ ਵਿਰੋਧ ਚੱਲ ਜਾਂਦਾ। ਉਹਨੇ ਇਹ ਕੇਸ ਚੁੱਕ ਲਿਆ। ਉਹ ਝਗੜਾਲੂ ਕਿਸਮ ਦਾ ਆਦਮੀ, ਸਾਰਿਆਂ ਦੇ ਖਿਲਾਫ ਵੀ ਕੇਸ ਕਰ ਦਿੰਦਾ। ਜੈ ਲਲਿਤਾ ਜਿਹੜੇ ਕੇਸ ਜੇਲ੍ਹ ਗਈ ਸੀ, ਉਹ ਵੀ ਕੇਸ ਉਸੇ ਨੇ ਚੁੱਕਿਆ ਸੀ, ਉਹ ਸਾਰਿਆਂ ਦੇ ਖਿਲਾਫ ਹੀ ਕੇਸ ਚੁੱਕਦਾ। ਉਹਨੇ ਕਾਂਗਰਸ ਦੇ ਖਿਲਾਫ ਵੀ ਕੇਸ ਚੁੱਕਿਆ ਕਿ ਇਹਦੇ ਕੋਲ ਲੋਕਾਂ ਨੇ ਫੰਡ ਦਿੱਤੇ ਸੀ, ਲੋਕਾਂ ਦਾ ਆਇਆ ਪੈਸਾ ਸੀ, ਇਹਨੇ ਇੱਕ ਉਸ ਐਸੋਸੀਏਸ਼ਨ ਨੂੰ ਦੇ ਦਿੱਤਾ ਜਿਹੜੀ ਇੱਕ ਅਖਬਾਰ ਨਾਲ ਜੁੜੀ ਸੀ, ਤੇ ਉਹਦੇ ਵਿੱਚ ਜਿਹੜੀ ਉਹ ਕੰਪਨੀ ਬਣੀ ਆ, ਉਸ ਕੰਪਨੀ 'ਚ ਸਾਰੇ ਜੀ ਤਾਂ ਨਹਿਰੂ ਗਾਂਧੀ ਪਰਿਵਾਰ ਦੇ ਆ, ਤੇ ਇਹ ਪੈਸਾ ਅਸਲ ਵਿੱਚ ਇੱਧਰੋਂ ਉੱਧਰ ਕਰਕੇ ਸਾਈਫਨ ਕੀਤਾ ਗਿਆ ਤੇ ਇਹਦੇ 'ਚ ਗੜਬੜ ਹੋਈ ਹੈ। ਹੁਣ ਜੇ ਕੋਈ ਇਹ ਆਖੇ ਕਿ ਨਹਿਰੂ ਗਾਂਧੀ ਪਰਿਵਾਰ ਨੇ ਕੋਈ ਗੜਬੜ ਨਹੀਂ ਕੀਤੀ ਤੇ ਉਹ ਗਲਤ ਹੋਵੇਗਾ। ਇਸ ਪੱਧਰ ਦੇ ਉੱਤੇ ਜਾ ਕੇ ਗੜਬੜਾਂ ਬਹੁਤ ਹੁੰਦੀਆਂ, ਤੇ ਨਹਿਰੂ ਗਾਂਧੀ ਪਰਿਵਾਰ ਕੋਈ ਗੰਗਾ ਨਹਾਤਾ ਪਰਿਵਾਰ ਨਹੀਂ ਗਾ। ਉਹ ਜਿਹੜੀ ਗੰਗਾ ਨਹਾਤੇ ਵਾਲੀ ਗੱਲ ਸੀ ਨਾ, ਉਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ ਸੀ ਜੀ। ਉਹ ਮਾੜਾ ਬੰਦਾ ਹੋਵੇ ਤੇ ਉਹਦੇ ਤੋਂ ਪਾਸਾ ਵਟਣਾ ਵੀ ਜਾਣਦਾ ਸੀ, ਔਰ ਦੂਜਾ ਇਹ ਕਿ ਜੋ ਪਾਸਾ ਨਹੀਂ ਸੀ ਵੱਟਦਾ ਤੇ ਉਹਦੇ ਨਾਲ ਦੇ ਕਹਿ ਦਿੰਦੇ ਸੀ, ਨਹਿਰੂ ਸਾਹਿਬ ਤੁਸੀਂ ਗਲਤ ਬੰਦਿਆਂ ਦਾ ਸਾਥ ਦਿੰਦੇ ਆ, ਤੇ ਨਹਿਰੂ ਨੂੰ ਪਾਸਾ ਵੱਟਣਾ ਪੈਂਦਾ ਸੀ। ਇੰਦਰਾ ਗਾਂਧੀ ਦੇ ਵਕਤ ਗਲਤ ਬੰਦੇ ਨਾਲ ਲੱਗਣ ਲੱਗ ਪਏ ਸੀ। ਰਾਜੀਵ ਗਾਂਧੀ ਨੇ ਹੋਰ ਜੋੜ ਲਿਆ। ਅੱਜ ਦੀ ਕਾਂਗਰਸ ਪਾਰਟੀ, ਸੋਨੀਆ ਗਾਂਧੀ ਤੇ ਉਹਦੇ ਪਰਿਵਾਰ ਦੇ ਜੀ, ਉਹਨਾਂ ਦੇ ਉੱਤੇ ਵੀ ਉਂਗਲਾਂ ਉੱਠਦੀਆਂ, ਉਹਨਾਂ ਦੇ ਨਾਲ ਜਿਹੜੀ ਜੁੰਡੀ ਜੁੜੀ ਹੋਈ ਆ ਉਹਨਾਂ ਤੇ ਵੀ ਉਂਗਲਾਂ ਉੱਠਦੀਆਂ, ਟਿਕਟਾਂ ਵੇਚਣ ਦੀਆਂ ਗੱਲਾਂ ਵੀ ਆਉਂਦੀਆਂ, ਸਭ ਕੁਝ। ਆ ਮਰੀ ਪਈ ਪਾਰਟੀ ਆ, ਤੇ ਇਹਦੀਆਂ ਅਜੇ ਵੀ ਪਾਰਲੀਮੈਂਟ ਅਸੈਂਬਲੀ ਤੇ ਛੱਡੋ, ਜਿਹੜੀਆਂ ਥੱਲੇ ਜਾ ਕੇ ਨਗਰ ਕੌਂਸਲਾਂ ਤੱਕ ਦੀਆਂ ਟਿਕਟਾਂ ਨੇ ਉਹ ਵੀ ਵੇਚਣ ਦੀ ਚਰਚਾ ਚੱਲਦੀ ਹੈ, ਤੇ ਤੁਰ ਉੱਪਰ ਸੋਨੀਆ ਗਾਂਧੀ ਦੇ ਟੱਬਰ ਤੱਕ ਪਹੁੰਚ ਜਾਂਦੀ ਹੈ। ਇਹੋ ਜਿਹੇ ਲੋਕਾਂ ਦੇ ਖਿਲਾਫ ਜੇ ਕੋਈ ਇਨਕੁਆਇਰੀ ਹੁੰਦੀ ਹੈ ਤੇ ਦੇਸ਼ ਦੇ ਆਮ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਫਰਕ ਕਿੱਥੇ ਪੈਂਦਾ ਵੀ ਕੀ ਸਾਰੇ ਦੇ ਸਾਰੇ ਕਰਪਟ ਬੰਦੇ ਆਪੋਜੀਸ਼ਨ ਵਿੱਚ ਹੀ ਨੇ, ਰਾਜ ਕਰਨ ਵਾਲੀ ਪਾਰਟੀ ਸਾਰੀ ਦੁੱਧ ਧੋਤੀ ਹੈ। ਜੇ ਆ ਮਹਾਰਾਸ਼ਟਰ 'ਚ ਵੇਖੋ ਤੇ ਜਿਹੜੇ ਬੰਦੇ ਬੀਜੇਪੀ ਨਾਲ ਜੁੜ ਗਏ ਉਹਨਾਂ ਦੇ ਕੇਸ ਵਾਪਸ ਹੋ ਗਏ, ਜਿਹੜੇ ਉਧਵ ਠਾਕਰੇ ਨਾਲ ਤੇ ਵਿਰੋਧੀ ਧਿਰਾਂ ਨਾਲ, ਸ਼ਰਦ ਪਵਾਰ ਨਾਲ, ਉਹਨਾਂ ਦੇ ਮੁਕੱਦਮੇ ਚੱਲ ਪਏ। ਪੱਛਮੀ ਬੰਗਾਲ 'ਚ ਜਿਹੜੇ ਬੰਦੇ ਬੀਜੇਪੀ ਨਾਲ ਜੁੜ ਗਏ ਉਹ ਦੁੱਧ ਧੋਤੇ ਹੋ ਗਏ, ਜਿਹੜੇ ਮਮਤਾ ਬੈਨਰਜੀ ਨਾਲ ਉਹ ਸਭ ਬੇਈਮਾਨ ਨੇ ਜੀ। ਦਿੱਲੀ ਵਿੱਚ ਬੀਜੇਪੀ ਦੇ ਇੱਕ ਤੋਂ ਇੱਕ ਕਰਪਟ ਲੀਡਰ ਵੀ ਮਿਲ ਜਾਣਗੇ, ਬਹੁਤ ਕੁਝ ਹੋਇਆ, ਪਤਾ ਲੋਕਾਂ ਨੂੰ ਕੀ ਹੁੰਦਾ ਪਿਆ। ਪਰ ਫੜ ਲਓ ਅਰਵਿੰਦ ਕੇਜਰੀਵਾਲ ਦੇ ਨਾਲ ਦਾ ਸਤਿੰਦਰ ਜੈਨ, ਹੁਣ ਕਹਿੰਦੇ ਮਨੀਸ਼ ਸਿਸੋਦੀਆ ਦੇ ਦੁਆਲੇ ਵੀ ਹੋਣ ਲੱਗੇ ਆ, ਉਧਰ ਨੂੰ ਜਾਣ ਲੱਗ ਪਏ ਨੇ। ਇਹ ਸਭ ਕੁਝ ਚੱਲਦਾ ਪਿਆ। ਇਹ ਨਾ ਆਖੀ ਅਸੀਂ ਕਿ ਸਾਨੂੰ ਨਹੀਂ ਪਤਾ ਸਤਿੰਦਰ ਜੈਨ ਕੋਈ ਦੁੱਧ ਧੋਤਾ ਨਹੀਂ ਜਾਪਦਾ ਵਾ, ਉਹਦੀਆਂ ਵੀ ਗੱਲਾਂ ਨਿਕਲ ਸਕਦੀਆਂ, ਹੋ ਸਕਦਾ ਉਹਨੇ ਵੀ ਕੁਝ ਕੀਤਾ ਹੋਵੇ, ਬਗੈਰ ਚੰਗਾੜੀ ਤੋਂ ਤੇ ਧੂੰਆਂ ਉੱਠਦਾ ਨਹੀਂ। ਪਰ ਸਾਰੇ ਬੇਈਮਾਨ ਸਿਰਫ ਵਿਰੋਧੀ ਧਿਰ 'ਚ ਹੀ ਨੇ।
ਇਹ ਜਾਂਚ ਏਜੰਸੀਆਂ ਨੂੰ ਰਾਜ ਕਰਨ ਵਾਲੀ ਕੇਂਦਰ ਦੇ ਵਿੱਚ ਰਾਜ ਕਰਦੀ ਪਾਰਟੀ ਦੀਆਂ ਸੰਸਥਾਵਾਂ ਉਹਦੇ ਮਤਲਬ ਇੱਕ ਕਿਸਮ ਦੇ ਦਬਕਾ ਮਾਰਨ ਦੇ ਸੈੱਲ ਬਣਾ ਦੇਣਾ, ਇਹ ਗਲਤ ਹੈ। ਲੋਕਾਂ ਦੇ ਵਿੱਚ ਇਹ ਰਾਏ ਚੱਲਦੀ ਪਈ ਹੈ ਕਿ ਸੋਨੀਆ ਗਾਂਧੀ ਉਹਦੀ ਸਿਹਤ ਜਿਹੜੀ ਆ ਤੇ ਉਹਦੀ ਉਮਰ ਜਿਹੜੀ ਆ ਉਹਨੂੰ ਵੇਖਦੇ ਹੋਏ ਐਨਫੋਰਸਮੈਂਟ ਦੇ ਦਫ਼ਤਰ ਸੱਦਣ ਦੀ ਥਾਂ ਬਿਹਤਰ ਇਹ ਸੀ ਕਿ ਉਹਦੇ ਕੋਲ ਚਲ ਜਾਂਦੇ ਜੀ। ਕੋਟਕਪੂਰਾ ਬਹਿਬਲ ਕਲਾਂ ਕਾਂਡ ਦੇ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਸੀ ਕੁੰਵਰ ਵਿਜੇ ਪ੍ਰਤਾਪ ਨੇ, ਉਹ ਪੇਸ਼ ਹੋ ਗਿਆ। ਫਿਰ ਕੁੰਵਰ ਵਿਜੇ ਪ੍ਰਤਾਪ ਨੇ ਸਮਨ ਜਾਰੀ ਕਰਤਾ, ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ। ਰੌਲਾ ਪੈ ਗਿਆ ਕਿ ਉਹਦੀ ਜਿੰਨੀ ਉਮਰ ਆ CRPC ਦੇ ਹਿਸਾਬ ਨਾਲ ਤੁਸੀਂ ਸੱਦ ਨਹੀਂ ਸਕਦੇ। ਇਹਨਾਂ ਸਮਨ ਰੱਦ ਕੀਤਾ, ਨਵਾਂ ਸਮਨ ਭੇਜਿਆ ਕਿ ਬਾਦਲ ਸਾਹਿਬ ਤੁਹਾਡੇ ਕੋਲ ਅਸੀਂ ਪੁੱਛਗਿੱਛ ਕਰਨ ਆ ਰਹੇ ਹਾਂ। ਫਿਰ ਉਹਦੇ ਕੋਲ ਗਿਆ ਸੀ। ਜੇ ਉਹ ਮਾਮਲਾ ਸੀ ਤੇ ਅੱਜ ਸੋਨੀਆ ਗਾਂਧੀ ਦੇ ਸਵਾਲ ਦੇ ਉੱਤੇ ਵੀ ਹੋ ਸਕਦਾ ਸੀ ਜੀ। ਉਹਨੂੰ ਸੱਦਣ ਦੀ ਥਾਂ ਉਹਦੇ ਕੋਲ ਜਾ ਕੇ ਕਰ ਲੈਂਦੇ। ਪਰ ਜਿੱਦਾਂ ਕੀਤਾ ਜਾ ਰਿਹਾ ਇੱਦਾਂ ਲੱਗਦਾ ਜਿਵੇਂ ਜਾਂਚ ਨਹੀਂ ਹੋ ਰਹੀ, ਜ਼ਲੀਲ ਕਰਨ ਵਾਸਤੇ ਕੋਸ਼ਿਸ਼ ਹੋ ਰਹੀ ਹੈ। ਇਹ ਦੇਸ਼ ਦੇ ਲੋਕਾਂ ਨੂੰ ਚੁਭਦੀ ਜੀ। ਪੰਜ ਸਾਹਿਬ, ਪੰਜਾਬ ਵੱਲ ਮੋੜਾ ਕੱਟਦੇ ਹਾਂ। ਗਵਰਨਰ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਰਿਪੋਰਟ ਮੰਗੀ ਹੈ। ਇਹ ਵਜ਼ੀਫਾ ਘਪਲੇ ਮਾਮਲੇ ਵਿੱਚ ਜੋ ਕੁਝ ਵੀ ਪਿਛਲੀ ਸਰਕਾਰ ਵੇਲੇ ਹੋਇਆ, ਇਹ ਉਹੀ ਰਿਪੋਰਟ ਹੈ ਜਾਂ ਫਿਰ ਮੌਜੂਦਾ ਸਮੇਂ ਤੇ ਇੱਥੇ ਕੋਈ ਸਿੱਖਿਆ ਨਾਲ ਸੰਬੰਧਿਤ ਘਪਲਾ ਲੱਗਦਾ ਨਹੀਂਗਾ, ਪਰ ਅੱਗੇ ਪਤਾ ਨਹੀਂ। ਪਰ ਜਿਹੜੀਆਂ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ, ਕਹਿੰਦੇ ਲੱਖਾਂ ਬੱਚੇ ਸੀਗੇ ਉਹ ਸਕੂਲ ਜਾਣੋਂ ਹਟ ਗਏ ਸੀ। ਦੇਖੋ, ਇਸ ਮਾਮਲੇ 'ਚ ਇੱਕ ਰਿਪੋਰਟ ਮੰਗੀ ਆ ਪੰਜਾਬ ਦੇ ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿ ਮੇਰੇ ਕੋਲ ਖਬਰ ਆਈ ਹੈ ਕਿ 2 ਲੱਖ ਬੱਚੇ ਇਸ ਕਰਕੇ ਪੜ੍ਹਨੋਂ ਹਟ ਗਏ ਕਿ ਉਹ ਸ਼ਡਿਊਲਡ ਕਾਸਟ ਪਰਿਵਾਰਾਂ ਦੇ ਬੱਚੇ ਸੀ, ਉਹਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲਾ ਵਜ਼ੀਫਾ ਨਹੀਂ ਪਹੁੰਚਿਆ ਜੀ। ਇੱਕ ਇਹਦਾ ਸਪਸ਼ਟੀਕਰਨ ਮੰਗਿਆ ਅਨੁਸੂਚਿਤ ਜਾਤੀ ਕਮਿਸ਼ਨ ਸ਼ਡਿਊਲਡ ਕਾਸਟ ਕਮਿਸ਼ਨ ਦੇ ਮੁਖੀ ਵਿਜੇ ਸਾਂਪਲਾ ਹੋਰਾਂ ਨੇ। ਹੁਣ ਜਿਹੜੀ ਗੱਲ ਨਿਕਲਦੀ ਪਈ ਆ, ਮੈਂ ਉਹ ਵੇਖੀ ਆ, ਸਾਡੇ ਪੰਜਾਬ 'ਚ ਇੱਕ ਰਿਵਾਜ ਹੈ, ਬਹੁਤੇ ਲੋਕੀ ਹੈਡਿੰਗ ਪੜ੍ਹਦੇ ਆ ਤੇ ਉਹ ਵੀ ਅੱਧ ਪਚੱਧਾ ਪੜ੍ਹਦੇ ਆ ਖਬਰ ਦਾ, ਤੇ ਉਹਦੇ ਤੋਂ ਅੰਦਾਜ਼ੇ ਲਾ ਲੈਂਦੇ ਆ ਜੀ। ਪਹਿਲਾਂ ਜਦੋਂ ਉਰਦੂ ਹੁੰਦਾ ਸੀ ਨਾ, ਤੇ ਉਦੋਂ ਉਰਦੂ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿੱਥੇ ਪਹਿਲਾ ਸ਼ਬਦ ਮੁੱਕ ਗਿਆ ਤੇ ਦੂਜਾ ਕਿੱਥੇ ਸ਼ੁਰੂ ਹੋਣਾ, ਅੱਖਰ ਜੋੜ ਪੜ੍ਹਨੇ ਪੈਂਦੇ ਆ। ਤੇ ਉੱਥੇ ਜਦੋਂ ਖਬਰ ਆਈ ਤੇ ਹੁਣ ਤੱਕ ਦੱਸਦੇ ਆ ਕਿ ਉਹ ਲਿਖਿਆ ਸੀ ਹਿੰਦੂ ਕੋਡ ਬਿੱਲ ਪਾਸ ਕਰ ਦਿਆ, ਤੇ ਉਹ ਜਿਹੜਾ ਪੜ੍ਹਨ ਵਾਲਾ ਸੀ ਉਹਨੂੰ ਸਮਝ ਤੇ ਪੂਰੀ ਲੱਗੀ ਨਾ, ਤੇ ਅਕਾਲੀ ਦਲ ਦਾ ਲੀਡਰ ਸੀ, ਉਹ ਪੜ੍ਹਨਾ ਹੈਗਾ ਸੀ ਹਿੰਦੂ ਕੋਡ ਬਿੱਲ ਪਾਸ ਕਰ ਦਿਆ, ਕਹਿੰਦਾ ਹਿੰਦੂ ਕੋ ਡਬਲ ਪਾਸ ਕਰ ਦਿਆ। ਵੇਖੋ, ਉਹਨੂੰ ਡਬਲ ਪਾਸ ਕਰਤਾ, ਸਾਨੂੰ ਇੱਕ ਵਾਰ ਨਹੀਂ ਕਰਦੇ। ਅੱਛਾ, ਉਹ ਮਤਲਬ ਦੂਸਰੇ ਪਾਸੇ ਪਾਤਾ ਸੀ। ਹੁਣ ਇਹੀ ਗੱਲਾਂ ਇੱਥੇ ਹੋਣ ਡੀਆਂ। ਮੈਂ ਅੱਜ ਸੁਖਪਾਲ ਸਿੰਘ ਖਹਿਰੇ ਦਾ ਬਿਆਨ ਪੜ੍ਹਦਾ ਪਿਆ ਸਾਂ, ਉਹ ਕਹਿੰਦਾ ਕੇਜਰੀਵਾਲ ਦਾ ਦਿੱਲੀ ਦਾ ਮਾਡਲ ਅਸੀਂ ਮੈਡੀਕਲ ਵੇਖ ਲਿਆ, ਉੱਥੇ ਸਾੜੀ ਦਾ ਓਲਾ ਕਰਕੇ ਤੇ ਹਸਪਤਾਲ ਦੇ ਹੱਥੇ 'ਚ ਇੱਕ ਔਰਤ ਦਾ ਜਣੇਪਾ ਕਰਾਇਆ ਗਿਆ, ਡਿਲੀਵਰੀ ਕਰਾਈ ਗਈ। ਉਹ ਖਬਰ ਮੈਂ ਵੀ ਪੜ੍ਹੀ ਹੈ। ਪਰ ਸੁਖਪਾਲ ਸਿੰਘ ਖਹਿਰੇ ਨੇ ਦਿੱਲੀ ਪੜ੍ਹੀ, ਹਸਪਤਾਲ ਪੜ੍ਹਿਆ, ਔਰਤ ਦਾ ਹਸਪਤਾਲ ਦੇ ਵਿਹੜੇ 'ਚ ਜਣੇਪਾ ਪੜ੍ਹਿਆ। ਅਗਲੀ ਗੱਲ ਨਹੀਂ ਪੜ੍ਹੀ ਕਿ ਉਹ ਸਫਦਰਜੰਗ ਹਸਪਤਾਲ ਦੀ ਘਟਨਾ, ਤੇ ਸਫਦਰਜੰਗ ਹਸਪਤਾਲ ਦਿੱਲੀ ਸਰਕਾਰ ਕੋਲ ਨਹੀਂ, ਕੇਂਦਰ ਸਰਕਾਰ ਦੇ ਕੰਟਰੋਲ 'ਚ ਕੇਜਰੀਵਾਲ ਕੀ ਕਰੂਗਾ। ਇੱਦਾਂ ਹੀ ਹੁਣ ਵਾਲਾ ਜਿਹੜਾ ਭਗਵੰਤ ਮਾਨ ਤੋਂ ਜਵਾਬ ਮੰਗਿਆ ਗਿਆ, ਮੈਂ ਸਾਰੀ ਰਿਪੋਰਟ ਪੜ੍ਹੀ ਹੈ, ਅੱਜ ਦੇ ਸਵੇਰ ਦੇ ਅਖਬਾਰਾਂ 'ਚ ਆ ਗਈ ਹੈ। ਰਿਪੋਰਟ ਇਹ ਕਹਿੰਦੀ ਹੈ ਕਿ ਘਪਲਾ 2017 ਤੋਂ 2020 'ਚ ਹੋਇਆ। 2017 'ਚ ਸਰਕਾਰ ਬਣਾਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਜੀ, ਤੇ ਸ਼ਡਿਊਲਡ ਕਾਸਟ ਜਿਹੜੀਆਂ ਜਾਤੀਆਂ ਨੇ, ਦਲਿਤ ਜਾਤੀਆਂ, ਇਹਨਾਂ ਦੀ ਭਲਾਈ ਦਾ ਮੰਤਰੀ ਸੀ ਸਾਧੂ ਸਿੰਘ ਧਰਮਸ਼ੋਤ, ਜਿਹੜਾ ਇਸ ਕੇਸ 'ਚ ਫਸਿਆ ਫਿਰਦਾ। 2020 ਤੱਕ ਦਾ ਘਪਲਾ। ਉਦੋਂ ਇੱਕ ਬੜੇ ਸੀਨੀਅਰ IAS ਅਫਸਰ ਨੇ ਆਖਿਆ ਸੀ ਕਿ ਘਪਲਾ ਹੋਇਆ ਤੇ ਉਸ ਘਪਲੇ 'ਚ ਸਾਧੂ ਸਿੰਘ ਧਰਮਸ਼ੋਤ ਦਾ ਨਾਂ ਆਉਂਦਾ। ਉਹ ਰਿਪੋਰਟ ਆ ਗਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਉਹਦੇ ਉੱਤੇ ਕੋਈ ਕੰਮ ਨਹੀਂ, ਕਿਉਂਕਿ ਸਾਧੂ ਸਿੰਘ ਧਰਮਸ਼ੋਤ ਉਹਦਾ ਖਾਸ ਬੰਦਾ ਸੀ। ਉਹਨੇ ਆਖਿਆ 5 ਸਾਲ ਸਰਕਾਰ ਚਲਾਓ, ਸਾਧੂ ਸਿੰਘ ਤੂੰ ਜਿਹੜੀਆਂ ਮੌਜਾਂ ਕਰਨੀਆਂ ਕਰ, ਮੁੜ ਕੇ ਕਿਹੜਾ ਕਿ ਪੁੱਛਣਾ, ਅੱਗੇ ਗੱਲ ਟਲ ਜਾਂਦੀ ਰਹੀ, ਹੁਣ ਵੀ ਟਲ ਜੂ, ਪਰ ਹੁਣ ਨਹੀਂ ਟਲ ਸਕੀ। ਹੁਣ ਸਾਧੂ ਸਿੰਘ ਧਰਮਸ਼ੋਤ ਵਿੱਚ ਫਸਿਆ ਫਿਰਦਾ। ਪਰ ਇਹ ਮਾਮਲਾ 2017 ਤੋਂ 2020 ਦਾ 2021 'ਚ ਫਿਰ ਸਾਧੂ ਸਿੰਘ ਧਰਮਸ਼ੋਤ ਡਰ ਗਿਆ ਕਿ IAS ਅਫਸਰ ਵੀ ਮੇਰੇ ਖਿਲਾਫ ਪੈ ਗਏ, ਖਾਸ ਕਰਕੇ ਉਹ ਅਫਸਰ ਪੈ ਗਏ ਜਿਹੜੇ ਦਲਿਤ ਜਾਤੀਆਂ ਦੇ ਭਲਾ ਚਾਹੁਣ ਵਾਲੇ ਸਨ। ਇਹਨੇ ਮੁੜ ਕੇ 2021 'ਚ ਕੁਝ ਕੀਤਾ ਨਹੀਂ ਤੇ ਮੁੜ ਕੇ ਸਰਕਾਰ ਟੁੱਟ ਗਈ। ਕੈਪਟਨ ਅਮਰਿੰਦਰ ਸਿੰਘ ਦੀ ਚਰਨਜੀਤ ਸਿੰਘ ਚੰਨੀ ਆ ਗਿਆ। ਉਹਨੇ ਆਖਿਆ ਹੋਰ ਜਿਹੜਾ ਮਰਜ਼ੀ ਆ ਜੇ, ਗਾਮਾ ਮਾਝਾ ਸਾਰਿਆਂ ਨੂੰ ਮੰਤਰੀ ਬਣਾ ਦੂੰ, ਸਾਧੂ ਸਿੰਘ ਧਰਮਸ਼ੋਤ ਨਹੀਂ ਬਣਾਉਣਾ, ਕਿਉਂਕਿ ਇਹ ਚੱਲਦੀ ਫਿਰਦੀ ਬਦਨਾਮੀ ਦੀ ਪੰਡ ਉਹਨੇ ਨਹੀਂ ਬਣਾਇਆ, ਉਹਨੂੰ ਪਾਸੇ ਕਰਤਾ। ਹੁਣ ਜਿਹੜੀ ਗਵਰਨਰ ਸਾਹਿਬ ਨੇ ਰਿਪੋਰਟ ਮੰਗੀ ਆ, ਗੱਲ ਉਹ ਸੱਚੀ ਹੈ ਕਿ ਪੰਜਾਬ ਦੇ ਵਿੱਚ ਸ਼ਡਿਊਲਡ ਕਾਸਟ ਵਿਦਿਆਰਥੀਆਂ ਦੇ ਨਾਂ ਤੇ ਲੱਖਾਂ ਦਾ ਨਹੀਂ, ਕਰੋੜਾਂ ਦਾ ਨਹੀਂ, ਜੇ 100 ਕਰੋੜ ਦਾ ਘਪਲਾ ਹੋ ਗਿਆ ਹੋਵੇ ਤੇ ਦਾ ਮਤਲਬ ਅਰਬ ਦਾ ਘਪਲਾ ਹੋ ਗਿਆ ਜੀ। ਗੱਲ ਤਾਂ ਅਰਬਾਂ ਤੱਕ ਪਹੁੰਚਦੀ ਪਈ ਦੱਸਦੇ ਆ। ਬਹੁਤ ਵੱਡਾ ਘਪਲਾ, ਪਤਾ ਹੀ ਨਹੀਂ ਕਿੰਨਾ ਕੁ ਹੈ। ਔਰ ਇਹ ਠੀਕ ਆ ਕਿ ਕਾਲਜਾਂ ਦੇ ਵਿੱਚੋਂ 2 ਲੱਖ ਦੇ ਕਰੀਬ ਬੱਚੇ, ਮੁੰਡੇ ਕੁੜੀਆਂ, ਗੱਭਰੂ ਜਿਹੜੇ ਨੇ,
ਇਸ ਕਰਕੇ ਪੜ੍ਹਾਈ ਛੱਡ ਗਏ ਕਿ ਮਾਪੇ ਖਰਚਾ ਦੇਣ ਜੋਗੇ ਨਹੀਂ ਸੀ। ਜੇ ਖਰਚਾ ਨਾ ਆਵੇ ਤੇ ਸਕੂਲ ਵਾਲੇ ਤੰਗ ਕਰਦੇ ਸੀ, ਕਾਲਜ ਵਾਲੇ ਤੰਗ ਕਰਦੇ ਸੀ। ਵਿਜੇ ਸਾਂਪਲਾ ਹੋਣਾ ਤੇ ਇਹ ਵੀ ਆਖਿਆ ਕਿ ਜੇ ਸਟਾਈਪੈਂਡ ਆ ਵੀ ਜਾਵੇ, ਸਰਕਾਰ ਵੱਲੋਂ ਵਜੀਫਾ ਆ ਵੀ ਜਾਵੇ, ਤੇ ਕਾਲਜਾਂ 'ਚ ਤਾਂ ਵੀ ਇਹਨਾਂ ਦੀ ਜਾਤ ਦਾ ਨਾਂ ਲਿਖ ਕੇ ਇਹਨਾਂ ਨੂੰ ਚੜਾਇਆ ਜਾਂਦਾ ਸੀ। ਜਿੱਥੇ ਇਹੋ ਜਿਹੀਆਂ ਹਾਲਤਾਂ ਸੀ ਉੱਥੇ ਉਹ ਬੱਚੇ ਤੰਗ ਆ ਕੇ ਪੜ੍ਹਾਈ ਛੱਡ ਗਏ ਆ। ਪਰ ਇਹ ਸਾਰੇ ਦਾ ਸਾਰਾ ਮਾਮਲਾ ਹੁਣ ਵਾਲੀ ਸਰਕਾਰ ਨਾਲ ਸੰਬੰਧਿਤ ਨਹੀਂ, ਉਸ ਪਿਛਲੀ ਸਰਕਾਰ ਨਾਲ ਸੰਬੰਧਿਤ ਆ ਜਿਹਨੇ 4.5 ਸਾਲ ਰਾਜ ਕੀਤਾ ਸੀ ਤੇ ਅਖੀਰਲੇ ਜਿਹੜੇ 6 ਮਹੀਨੇ ਸੀ ਹਾਥੀ ਲੰਘ ਗਿਆ ਤੇ ਪੂਛ ਜਿਹੜੀ ਸੀ ਉਹ ਚਾਂਦੀ ਦੀ ਤਸ਼ਤਰੀ 'ਚ ਰੱਖ ਕੇ ਤੇ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਕਰਤੀ ਸੀ। ਤੇ ਉਹ ਚਰਨਜੀਤ ਸਿੰਘ ਚੰਨੀ ਨੇ ਪੂਛ ਵੀ ਨਹੀਂ ਛੱਡੀ, ਉਹਦੇ ਨਾਲ ਹੀ ਬਥੇਰਾ ਕੁਝ ਕਰ ਗਿਆ ਸੀ। ਉਹ ਸਾਰਾ ਮਾਮਲਾ ਉਦੋਂ ਦਾ ਜਵਾਬ ਹੁਣ ਵਾਲੀ ਸਰਕਾਰ ਨੂੰ ਦੇਣਾ ਪੈਣਾ। ਤੇ ਹੁਣ ਵਾਲੀ ਸਰਕਾਰ ਕਹਿ ਦੇਗੀ ਜੀ ਆ ਫਲਾਣੇ ਅਫਸਰਾਂ ਦਾ ਹੈਗਾ। ਅਜੇ ਇਸ ਸਰਕਾਰ ਦੇ ਕਪੜੇ ਤਾਂ ਜੇ ਕੋਈ ਹੋਏ, ਜੇ ਕੋਈ ਕਰਨਗੇ ਤੇ ਉਹ 6-7 ਮਹੀਨੇ ਬਾਅਦ ਹੀ ਆਉਣੇ ਆ। ਅਜੇ ਤਾਂ ਇਹਨਾਂ ਵਾਲੇ ਵਜੀਫੇ ਆਏ ਹੀ ਨਹੀਂ ਗਏ। ਜਦੋਂ ਵੰਡੇ ਜਾਣਗੇ, ਵੰਡਣ 'ਚ ਹੇਰਾਫੇਰੀ ਹੋਵੇਗੀ, ਉਹ ਗੱਲ ਅਜੇ ਬਾਅਦ 'ਚ ਆਉਣੀ ਆ। ਪਰ ਸਭ ਇੱਕ ਗੱਲ ਇੱਥੇ ਨਾਲ ਹੋਰ ਦੱਸਿਓ ਕਿ ਜਿਹੜੀ ਕਲੀਨ ਚਿੱਟ ਦਿੱਤੀ ਗਈ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਧਰਮਸੋਤ ਨੂੰ, ਉਹ ਕਿਸ ਆਧਾਰ ਤੇ ਦੇ ਦਿੱਤੀ? ਕਿਉਂਕਿ ਮਾਮਲਾ ਤਾਂ ਲਟਕਦਾ ਹੀ ਪਿਆ ਸੀਗਾ। ਕਿਹੜੀ ਕਲੀਨ ਚਿੱਟ ਸੀ? ਕੋਈ ਕਲੀਨ ਚਿੱਟ ਨਹੀਂ। ਅਮਰਿੰਦਰ ਸਿੰਘ ਨੇ ਉਹ ਰਿਪੋਰਟ ਪੜ੍ਹੀ ਨਹੀਂ, ਸੋਚੀ ਨਹੀਂ, ਮੰਤਰੀ ਮੰਡਲ 'ਚ ਰੱਖੀ ਨਹੀਂ। ਉੱਦਾਂ ਉਹਨੇ ਆਖਿਆ ਕਿ ਕੋਈ ਗੱਲ ਨਹੀਂ ਪੁੱਤਰਾ, ਜਿਹੜਾ ਕੰਮ ਕਰ ਸਕਦੇ ਕਰ ਲਓ, ਆਪਾਂ ਨੂੰ ਕਿਹੜਾ ਓਵਰ ਟਾਈਮ ਲਾਉਣ ਦਾ ਮੌਕਾ ਮਿਲਣਾ, ਇੰਨੇ ਕੁ ਸਮੇਂ 'ਚ ਹੀ ਕਰਨਾ ਪੈਣਾ, ਮੋਛੇ ਪਾ ਦਿਓ, ਕਸਰ ਨਾ ਛੱਡਿਓ। ਤੇ ਅੱਗੋਂ ਜਿਨ੍ਹਾਂ ਨੂੰ ਉਹਨੇ ਲਾਇਆ ਸੀ ਉਹ ਵੀ ਇਦਾਂ ਦੇ ਸੀ ਕਿ ਓਵਰ ਟਾਈਮ ਵਾਸਤੇ ਨਹੀਂ ਡੀਕਦੇ, ਰਾਤ ਦਿਨ ਲੱਗੇ ਸੀ। ਦਿਨ ਦੁੱਗਣੀ ਰਾਤ ਚੌਗੁਣੀ, ਜਿਹੜਾ ਤਰੱਕੀ ਦਾ ਮੁਹਾਵਰਾ ਨਾ, ਉਹਨਾਂ ਤੇ ਲਾਗੂ ਹੁੰਦਾ ਸੀ। 3 ਮਹੀਨੇ 'ਚ ਵੀ ਨਹੀਂ ਬਖਸ਼ਿਆ। ਗਿਲਜੀਆ ਸਾਹਿਬ ਤੇ ਵੀ ਦੋਸ਼ ਕਈ ਲੱਗਦਾ ਸੀ। ਪਰ ਸਭ ਅੱਗੇ ਵਧਿਆ, ਸ਼੍ਰੀ ਕਰਤਾਰਪੁਰ ਸਾਹਿਬ ਤੋਂ ਖਬਰ ਆ ਰਹੀ ਹੈ ਕਿ ਉੱਥੇ ਗੋਲਕ ਦਾ ਕਰੋੜਾਂ ਰੁਪਇਆ ਢਕਾਰ ਗਿਆ। ਇੱਕ ਮੈਨੇਜਰ ਦੇ ਉੱਪਰ ਦੋਸ਼ ਲੱਗਦੇ ਪਏ ਆ, ਕਿੰਨਾ ਕੁ ਸੱਚ ਹੈ? ਕੀ ਪੂਰਾ ਮਾਮਲਾ? ਮੈਨੇਜਰ ਵੀ ਨਹੀਂ, ਅਸਲ 'ਚ ਉੱਥੇ ਗੁਰਦੁਆਰਾ ਸਾਹਿਬ ਦਾ ਇੱਕ CEO ਬਣਾਇਆ ਸੀ ਸ਼ਾਹਿਦ ਰਾਣਾ ਨਾਂ ਦਾ ਬੰਦਾ। ਪਾਕਿਸਤਾਨ ਦੇ ਵਿੱਚ 2 ਸੰਸਥਾਵਾਂ ਨੇ, ਜਿਵੇਂ ਸਾਡੇ ਭਾਰਤੀ ਪੰਜਾਬ ਵਿੱਚ ਅਸੀਂ ਵਕਫ ਬੋਰਡ ਵੇਖਦੇ ਹਾਂ, ਪੁਰਾਣੀਆਂ ਪਾਕਿਸਤਾਨ ਜਿਹੜੇ ਲੋਕ ਚਲੇ ਗਏ ਉਹਨਾਂ ਦੀਆਂ ਮੁਸਲਮਾਨੀ ਥਾਵਾਂ, ਉਹਨਾਂ ਨੂੰ ਜਾਇਦਾਦਾਂ ਨੂੰ ਸੰਭਾਲਦਾ, ਪ੍ਰਾਪਰਟੀਜ਼ ਨੂੰ ਸੰਭਾਲਦਾ। ਉੱਥੇ 2 ਨੇ, ਇੱਕ ਵਕਫ ਬੋਰਡ ਨਹੀਂ, ਔਕਾਫ ਬੋਰਡ ਹੈ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦਾ, ਉਹੀ ਸਾਰੀ ਕਮੇਟੀ ਬਣਾਉਂਦਾ, ਸਭ ਕੁਝ ਤੈਅ ਉਹ ਕਰਦਾ। ਇਹਦੇ ਤੋਂ ਇਲਾਵਾ ਇੱਕ ਇਵੈਕੂਈ ਪ੍ਰਾਪਰਟੀਜ਼ ਟਰਸਟ ਬੋਰਡ ਹੈ ਕਿ ਜਿਹੜੇ ਲੋਕ ਚਲੇ ਗਏ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਪਾਕਿਸਤਾਨ 'ਚ ਰਹਿ ਗਈਆਂ, ਉਹ ਇਵੈਕੂਈ ਪ੍ਰਾਪਰਟੀਜ਼ ਟਰਸਟ ਬੋਰਡ ਜਿਹੜਾ ਉਹ ਸੰਭਾਲਦਾ ਸੀ। ਉਹਦਾ CEO ਸ਼ਾਹਿਦ ਰਾਣਾ ਸੀ। ਕੱਲ ਸ਼ਾਮੀ ਖਬਰ ਆਈ ਆ ਕਿ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ, ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹਦੇ ਦੁਨੀਆ ਭਰ ਦੇ ਸਿੱਖਾਂ 'ਚ ਮਾਨਤਾ, ਸਿੱਖ ਪੰਥ ਦਾ ਬੂਟਾ ਲਾਉਣ ਵਾਲੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਸਾਹਿਬ ਰਹੇ ਸੀ। ਉੱਥੇ ਉਹਨਾਂ ਹਲ ਵਾਇਆ ਸੀ, ਉੱਥੇ ਉਹਨਾਂ ਨੇ ਲੋਕਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ। ਉਸ ਗੁਰਦੁਆਰਾ ਸਾਹਿਬ ਦੇ 3 ਸਾਲ ਪਹਿਲਾਂ ਤੱਕ ਲੋਕਾਂ ਨੂੰ ਦਰਸ਼ਨ ਨਸੀਬ ਨਹੀਂ ਸੀ ਹੁੰਦੇ। ਉੱਥੇ ਜਾਂਦੇ ਸੀ ਸਾਡੇ ਜਲੰਧਰ ਤੋਂ ਜਥੇਦਾਰ ਕੁਲਦੀਪ ਸਿੰਘ ਬਡਾਲਾ ਤੇ ਹੋਰ ਇਹਨਾਂ ਦੇ ਸਾਥੀ, ਤੇ ਉਰਲੇ ਪਾਸਿਓਂ ਉਹ ਰਾਵੀ ਦੇ ਕੰਢੇ ਤੇ ਖਲੋ ਕੇ ਦੂਰੋਂ ਅਰਦਾਸ ਕਰਕੇ ਮੁੜ ਆਉਂਦੇ ਸੀ, ਬਾਬਾ ਤੇਰੇ ਦਰਬਾਰ ਮੱਥਾ ਟੇਕਣਾ ਕਦੋਂ ਨਸੀਬ ਹੋਊਗਾ। ਫਿਰ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਿਆ, ਨਵਜੋਤ ਸਿੱਧੂ ਉੱਥੇ ਗਿਆ ਸੀ, ਉਹਨਾਂ ਦੇ ਫੌਜ ਦੇ ਮੁਖੀ ਨੇ ਕਹਿ ਦਿੱਤਾ ਜੀ ਅਸੀਂ ਤੁਹਾਨੂੰ ਲਾਂਘਾ ਦੇ ਦੇਣਾ। ਲਾਂਘਾ ਮਿਲ ਗਿਆ। ਉਹ ਲਾਂਘਾ ਮਿਲਣ ਤੋਂ ਬਾਅਦ ਸਿੱਖ ਉੱਤੇ ਆਉਣੇ ਜਾਣੇ ਉਹ ਸ਼ੁਰੂ ਹੋ ਗਏ। ਉਹਦੇ ਵਾਸਤੇ ਪਾਕਿਸਤਾਨ ਦੀ ਸਰਕਾਰ ਨੇ ਚੋਖਾ ਪੈਸਾ ਖਰਚਿਆ ਤਾਂ ਕਿ ਗੁਰਦੁਆਰੇ ਦਾ ਵਿਕਾਸ ਹੋਇਆ, ਵੀ ਲੋਕਾਂ ਨੂੰ ਨਜ਼ਰ ਆਵੇ, ਦੁਨੀਆ ਭਰ ਦੇ ਸਿੱਖ ਆਉਣੇ ਆ ਤੇ ਇਹ ਨਾ ਆਖਣ ਕਿ ਹਾਲਤ ਮਾੜੀ ਹੈ। ਉਹ ਜਿਹੜਾ ਪੈਸਾ ਆਇਆ ਸੀ, ਪਿੰਡ ਵੱਜਾ ਨਹੀਂ ਤੇ ਉਹ ਚੱਕੇ ਪਹਿਲਾਂ ਆ ਗਏ। ਉਹ ਜਿਹੜੇ ਚੋਰ ਚੱਕੇ ਪਹਿਲਾਂ ਆ ਗਏ ਸੀ, ਉਹਨਾਂ ਨੇ ਪੈਸਾ ਵੀ ਖਾਧਾ, ਗੁਰੂ ਕੀ ਗੋਲਕ ਵੀ ਖਾਧੀ। ਸ਼ਾਹਿਦ ਰਾਣਾ ਜਿਹੜਾ, ਉਹਨੂੰ ਕੱਲ ਉੱਥੋਂ ਦੀ ਸਰਕਾਰ ਨੇ ਇਸ ਕਰਕੇ ਨੌਕਰੀ ਤੋਂ ਡਿਸਮਿਸ ਕੀਤਾ ਕਿ ਉਹਨੇ ਸਿੱਖਾਂ ਦਾ ਬਹੁਤ ਪਵਿੱਤਰ ਸਥਾਨ, ਇਤਿਹਾਸਿਕ ਸਥਾਨ, ਜਿਹਦੀ ਸਾਰੀ ਦੁਨੀਆ 'ਚ ਮਾਨਤਾ, ਗੁਰਦੁਆਰਾ ਕਰਤਾਰਪੁਰ ਸਾਹਿਬ, ਉਹਦੀ ਗੋਲਕ ਨੂੰ ਕੁੰਡੀ ਲਾਈ ਆ। ਉਹਨੇ ਉੱਥੋਂ ਦੀ ਜਿਹੜੀ ਪ੍ਰਾਪਰਟੀ ਆ ਉਹਦੇ ਵਿੱਚ ਵੀ ਹੇਰਾਫੇਰੀ ਕੀਤੀ ਆ, ਔਰ ਉਹ ਕਾਫੀ ਇਸ ਮਾਮਲੇ 'ਚ ਬਦਨਾਮ ਗਿਣਿਆ ਜਾਂਦਾ। ਚਰਚਾ ਇਹ ਹੈ ਕਿ ਸਰਕਾਰ ਨੇ ਉਹਨੂੰ ਇਸ ਕਰਕੇ ਅਹੁਦੇ ਤੋਂ ਲਾਤਾ। ਜਾਂਦੇ ਆਂਦੇ ਪੰਨੂ ਸਾਹਿਬ ਰਾਮ ਰਹੀਮ ਬਾਰੇ ਵੀ ਗੱਲ ਕਰ ਲੈਂਦੇ ਆ, ਕਿਉਂਕਿ ਬਾਹਰ ਆ ਹੁਣ ਇਸ ਵੇਲੇ ਤੇ ਕਈ ਵੀਡੀਓ ਵੀ ਜਾਰੀ ਕੀਤੀਆਂ ਜਾ ਰਹੀਆਂ। ਜਦੋਂ ਉਹਨੂੰ ਫੜਿਆ ਗਿਆ ਸੀ ਤਾਂ ਉਸ ਵੇਲੇ ਪ੍ਰਾਪਰਟੀ ਦਾ ਵੀ ਨੁਕਸਾਨ ਹੋਇਆ ਸੀ ਤੇ ਹੋਰ ਵੀ ਬਹੁਤ ਨੁਕਸਾਨ ਹੋਇਆ। ਹੁਣ ਮਾਮਲਾ ਇਹ ਅਦਾਲਤ ਵਿੱਚ ਚੱਲਦਾ ਪਿਆ, ਉਹ ਕਿੱਥੇ ਪਹੁੰਚੀ ਹੈ ਗੱਲ? ਦੇਖੋ, ਰਾਮ ਰਹੀਮ ਸਿੰਘ ਨੂੰ 5 ਅਗਸਤ 2017 ਨੂੰ ਪੰਚਕੂਲੇ ਦੀ CBI ਕੋਰਟ ਦੇ ਜੱਜ ਨੇ ਪਹਿਲੀ ਵਾਰੀ 2 ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਸੀ। ਆਖਿਆ ਸੀ 4 ਦਿਨ ਬਾਅਦ ਇਹਨੂੰ ਸਜ਼ਾ ਸੁਣਾਵਾਂਗੇ, ਉਹਨਾਂ ਚਿਰ ਨੂੰ ਜੇਲ੍ਹ ਲੈ ਜਾਓ। ਉਹਦੇ ਨਾਲ ਖਲੋਤੀ ਸੀ ਹਨੀਪ੍ਰੀਤ,
ਇਹਨੇ ਇੱਕ ਬੈਗ ਚੁੱਕਿਆ। ਕਹਿੰਦੇ ਆ ਕਿ ਉਹਦੇ ਕੋਲ 2 ਬੈਗ ਸੀ ਤੇ ਇਹ ਪਹਿਲਾਂ ਤੋਂ ਤੈਅ ਸੀਗਾ ਕਿ ਜੇ ਆਹ ਬੈਗ ਚੁੱਕਾਂ ਤੇ ਤੁਸੀਂ ਜਕਾਰੇ ਛੱਡ ਦਿਓ ਕਿ ਸਭ ਠੀਕ ਠਾਕ ਹੈ, ਤੇ ਆਹ ਚੁੱਕਾਂ ਤੇ ਫਿਰ ਤੁਸੀਂ ਜੋ ਤੁਹਾਡੇ ਤੋਂ ਦਾ ਕਰ ਦਿਓ ਕਿਉਂਕਿ ਸਾਡਾ ਗੁਰੂ ਖਤਰੇ 'ਚ ਹੈ। ਉਹਨੇ ਬੈਗ ਚੁੱਕਿਆ, ਬਾਹਰ ਉਧਰ ਤੋਂ ਸ਼ੁਰੂ ਹੋ ਗਈ। ਬਾਬੇ ਦੇ ਨਾਲ ਜਿਹੜਾ ਸਿਕਿਉਰਿਟੀ ਗਾਰਡ ਸੀ ਪੁਲਿਸ ਦਾ, ਉਹ ਸ਼ਾਇਦ ਹਵਾਲਦਾਰ ਜਾਂ ASI ਸੀ, ਉਹਨੂੰ ਰੋਕਣ ਲੱਗਾ। IG ਉਹਨੇ IG ਨੂੰ ਥੱਪੜ ਮਾਰਤਾ। ਏਡੇ ਚੜੇ ਸਨ, ਪਰ ਪੁਲਿਸ ਇਹਨਾਂ ਨੂੰ ਧੱਕ ਧੁੱਕ ਕੇ ਬਾਬੇ ਨੂੰ ਤੇ ਉਹਦੇ ਸਿਕਿਉਰਿਟੀ ਗਾਰਡ ਨੂੰ ਨਾਲ ਲੈ ਕੇ ਤੇ ਛਾਉਣੀ 'ਚ ਚਲੀ ਗਈ। ਚੰਡੀ ਮੰਦਰ ਹਨੀਪ੍ਰੀਤ ਨਾਲ ਜਾ ਵੜੀ। ਉੱਥੋਂ ਹੈਲੀਕਾਪਟਰ ਤੇ ਲੱਦਿਆ ਤੇ ਰੋਕ ਤੇ ਲਾਗੇ ਜਿਹੜੀ ਉਹ ਸੁਨਾਰੀਆ ਜੇਲ੍ਹ ਉੱਥੇ ਪਹੁੰਚਾਤਾ। ਉਹਦੇ ਬਾਅਦ ਇੱਥੇ ਪੰਚਕੂਲੇ ਵਿੱਚ ਤੇ ਸਿਰਸੇ 'ਚ ਬਹੁਤ ਭੰਨ ਤੋੜ ਹੋਈ। ਅੱਗਾਂ ਲੱਗੀਆਂ। ਇੱਕੋ ਰਾਤ 'ਚ 42 ਮੌਤਾਂ ਹੋਈਆਂ ਸਨ, ਜਿਨ੍ਹਾਂ 'ਚੋਂ 29 ਪੰਚਕੂਲੇ 'ਚ ਹੋਈਆਂ ਸੀ। ਹਰਿਆਣੇ ਦੇ ਉਦੋਂ ਨਵੇਂ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਕਿਹਾ ਸੀ ਕਿ ਇਹ ਜੋ ਕੁਝ ਹੋਇਆ ਵਾ ਸਾਰੀ ਸਾੜ ਫੂਕ ਭੰਨ ਤੋੜ ਰਾਮ ਰਹੀਮ ਦੇ ਚੇਲਿਆਂ ਨੇ ਸੱਚੇ ਸੌਦੇ ਵਾਲਾ ਨਹੀਂ ਕੀਤੀ ਤੇ ਐਂਟੀ ਸੋਸ਼ਲ ਐਲੀਮੈਂਟ ਆਉਣ ਬੜੇ ਸੀ ਉਹਨਾਂ ਕੀਤੀ। ਪਰ ਬਾਅਦ ਵਿੱਚ ਪਤਾ ਲੱਗ ਗਿਆ ਸਾਰਾ ਉਹਨਾਂ ਕੀਤਾ ਕਰਾਇਆ। ਇਹ ਉਹਨਾਂ ਵੱਲ ਹਮਦਰਦੀ ਰੱਖਦੇ ਸੀ, ਉਹਨਾਂ ਨੂੰ ਬਚਾਉਂਦੇ ਰਹੇ। ਹੁਣ ਉਹ ਕੇਸ ਚੱਲਦਾ ਪਿਆ ਕਿ ਉਦੋਂ ਜਾਇਦਾਦ ਦਾ ਕਿੰਨਾ ਨੁਕਸਾਨ ਹੋਇਆ। ਪੰਜਾਬ ਸਰਕਾਰ ਨੇ ਆਪਣਾ ਨੁਕਸਾਨ ਦੱਸਤਾ ਜੀ, ਇੰਨਾ ਹੋਇਆ ਸਰਕਾਰੀ ਤੇ ਇੰਨਾ ਗੈਰ ਸਰਕਾਰੀ। ਉੱਥੇ ਪੁੱਛਿਆ ਗਿਆ ਕਿ ਤੁਸੀਂ ਉਦੋਂ ਫੌਜ ਵੀ ਸੱਦੀ ਸੀ, ਕੈਪਟਨ ਅਮਰਿੰਦਰ ਸਿੰਘ ਨੇ, ਸਰਕਾਰ ਨੇ ਉਹਦਾ ਖਰਚਾ ਨਹੀਂ ਪਾਇਆ। ਫਿਰ ਦੱਸਿਆ ਗਿਆ ਕਿ ਫੌਜ ਨੂੰ ਪੁੱਛਿਆ ਅਸੀਂ ਖਰਚਾ ਪਾਓ। ਫੌਜ ਨੇ ਆਖਿਆ ਜੀ ਸਾਨੂੰ ਆਖਿਆ ਤਿਆਰ ਰਹੋ, ਪਰ ਬਾਹਰ ਮੈਦਾਨ 'ਚ ਕੱਢਿਆ ਨਹੀਂ। ਪੈਰਾਮਿਲਟਰੀ ਫੋਰਸ ਨਾਲ ਤੇ ਪੰਜਾਬ ਪੁਲਿਸ ਨਾਲ ਸਰ ਗਿਆ ਸੀ, ਇਸ ਕਰਕੇ ਸਾਡਾ ਕੋਈ ਖਰਚਾ ਨਹੀਂ। ਹਰਿਆਣੇ ਦੀ ਸਰਕਾਰ ਨੇ ਪੂਰਾ ਖਰਚਾ ਅਜੇ ਤੱਕ ਦੱਸਿਆ ਨਹੀਂ। ਹੁਣ ਗੱਲ ਇਹ ਚੱਲਦੀ ਪਈ ਕਿ ਉਸ ਵਕਤ ਦੇ ਖਰਚੇ, ਸਰਕਾਰੀ ਜਾਇਦਾਦ ਦਾ ਨੁਕਸਾਨ, ਪ੍ਰਾਈਵੇਟ ਦਾ ਨੁਕਸਾਨ, ਜੋ ਕੁਝ ਹੈ, ਜਿਹੜੇ ਬੰਦੇ ਮਰੇ ਉਹਨਾਂ ਦਾ ਵੀ ਮੁਆਵਜ਼ਾ, ਇਹ ਸਾਰੇ ਕੁਝ ਵਾਸਤੇ ਇੱਕ ਟ੍ਰਿਬਿਊਨਲ ਬਣਾਇਆ ਜਾਵੇ। ਸਰਕਾਰਾਂ ਚਾਹੁੰਦੀਆਂ ਹੁੰਦੀਆਂ ਕਿ ਸਾਡਾ ਕੋਈ ਅਫਸਰ ਟ੍ਰਿਬਿਊਨਲ 'ਚ ਹੋ ਜਾਏ, ਸਾਡਾ ਕੋਈ ਲੀਡਰ ਹੋ ਜਾਏ। ਉਹ ਹਾਈ ਕੋਰਟ ਨੇ ਕਹਿ ਦਿੱਤਾ ਟ੍ਰਿਬਿਊਨਲ ਹੁੰਦਾ, ਟ੍ਰਿਬਿਊਨਲ ਦੇ ਵਿੱਚ ਕੋਈ ਰਿਟਾਇਰਡ ਜੱਜ ਪਾਇਆ ਜਾ ਸਕਦਾ, ਹਾਈ ਕੋਰਟ ਦਾ ਜੱਜ ਹੋ ਸਕਦਾ, ਸੁਪਰੀਮ ਕੋਰਟ ਦਾ ਹੋ ਸਕਦਾ। ਅੱਜ ਜਿਹੜੇ ਤੁਸੀਂ ਅਫਸਰਾਂ ਦੇ ਹੱਥ 'ਚ ਵਾਗ ਫੜਾ ਕੇ ਤੇ ਆਪਣੀ ਮਰਜ਼ੀ ਦਾ ਫੈਸਲਾ ਕਰਾਉਣਾ ਚਾਹੁੰਦੇ ਹੋ, ਇਹ ਨਹੀਂ ਹੋ ਸਕਣਾ। ਇਸ ਕਰਕੇ ਹੁਣ ਸਾਰੀਆਂ ਨਜ਼ਰਾਂ ਹਾਈ ਕੋਰਟ ਤੇ ਹੈ। ਹਾਈ ਕੋਰਟ ਫੈਸਲਾ ਕਰੇਗੀ ਕਿ ਕਿਹੜੇ ਜੱਜ ਸਾਹਿਬ ਇਹਦੀ ਇਨਕੁਆਇਰੀ ਕਰਨਗੇ, ਤੇ ਉਹ ਜਦ ਤੱਕ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਤੱਕ ਲੋਕਾਂ ਨੂੰ ਵੇਟ ਕਰਨੀ ਪਏਗੀ। ਆਸ ਰੱਖੀਏ ਕਿ ਬਹੁਤੀ ਦੇਰ ਨਹੀਂ ਹੋਵੇਗੀ, ਰਿਪੋਰਟ ਆ ਜਾਵੇਗੀ। ਆਸ ਤੇ ਪਨੂ ਸਾਹਿਬ ਸਾਰੀ ਦੁਨੀਆ ਟਿਕੀ ਆ। ਬਾਕੀ ਹਰ ਵਾਰੀ ਤਰ੍ਹਾਂ ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।